ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ 'ਤੇ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਦੋਸਤੋ, ਅਸੀਂ ਅੱਜ ਇਸ ਵੀਡੀਓ ਵਿੱਚ ਇਤਿਹਾਸ ਦੇ ਕਲਾਸ 10th ਦੇ 1 ਨੰਬਰ ਵਾਲੇ ਕੁਐਸਚਨ ਨੂੰ ਡਿਸਕਸ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਅਸੀਂ ਇਕਨੋਮਿਕਸ ਤੇ ਭੂਗੋਲ ਦੇ 1 ਨੰਬਰ ਵਾਲੇ ਕੁਐਸਚਨ ਜਿਹੜੇ ਡਿਸਕਸ ਕਰ ਚੁੱਕੇ ਹਾਂ। ਜਿਨ੍ਹਾਂ ਨੇ ਵੀਡੀਓ ਨਹੀਂ ਦੇਖੀ, ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਜਾਂ ਤੁਸੀਂ ਇਸ ਚੈਨਲ ਦੀ ਪਲੇਲਿਸਟ 'ਤੇ ਜਾ ਕੇ ਵੀਡੀਓ ਦੇਖ ਸਕਦੇ ਹੋ। ਤਾਂ ਇਸ ਦੇ ਨਾਲ ਹੀ ਸ਼ੁਰੂ ਕਰਦੇ ਹਾਂ। ਇਤਿਹਾਸ ਦੇ 1 ਨੰਬਰ ਵਾਲੇ ਕੁਐਸਚਨ ਅਕੋਰਡਿੰਗ ਟੂ ਨਿਊ ਸੈਸ਼ਨ 2020 ਔਰ 21 ਦੇ ਸੈਸ਼ਨ ਦੇ ਅਕੋਰਡਿੰਗ ਜਿਹੜਾ ਸਿਲੇਬਸ ਹੈ ਉਸ ਦੇ ਅਕੋਰਡਿੰਗ ਅਸੀਂ ਜਿਹੜਾ ਇਸ ਦੇ ਚੈਪਟਰ ਵਾਈਜ਼ ਰਿਵੀਜ਼ਨ ਕਰਾਂਗੇ। ਔਰ ਇਸ ਦਾ ਫਸਟ ਲੈਸਨ ਹੈ ਜੀ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਉਹਨਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ। ਸਭ ਤੋਂ ਪਹਿਲਾ ਪ੍ਰਸ਼ਨ ਹੈ, ਪੰਜਾਬ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ? ਫਾਰਸੀ ਤੋਂ। ਦਿੱਲੀ ਨੂੰ ਭਾਰਤੀ ਰਾਜਧਾਨੀ ਕਦੋਂ ਬਣਾਇਆ? 1911 ਈਸਵੀ ਵਿੱਚ। ਆਜ਼ਾਦੀ ਤੋਂ ਪਹਿਲਾਂ ਪੰਜਾਬ ਦੇ ਕੁੱਲ 29 ਜ਼ਿਲ੍ਹਿਆਂ ਵਿੱਚੋਂ ਕਿੰਨੇ ਜ਼ਿਲ੍ਹੇ ਭਾਰਤੀ ਪੰਜਾਬ ਦੇ ਹਿੱਸੇ ਆਏ ਸਨ? ਯਾਨੀ ਕਿ 13। ਪੰਜਾਬ ਨੂੰ ਸਪਤ ਸਿੰਧੂ ਕਾਲ ਵਿੱਚ ਕੀ ਕਿਹਾ ਜਾਂਦਾ ਹੈ ਜੀ? ਵੈਦਿਕ ਕਾਲ। ਦੁਆਬ ਦਰਿਆ ਤੋਂ ਕੀ ਭਾਵ ਹੈ? ਦੋ ਦਰਿਆਵਾਂ ਦੇ ਵਿਚਕਾਰਲਾ ਇਲਾਕਾ ਨੂੰ ਦੁਆਬ ਕਿਹਾ ਜਾਂਦਾ ਹੈ। ਦਰਿਆਵਾਂ ਸਤਲੁਜ ਅਤੇ ਘੱਗਰ ਦੇ ਵਿਚਕਾਰਲੇ ਇਲਾਕੇ ਨੂੰ ਮਾਲਵਾ ਕਿਹਾ ਜਾਂਦਾ ਹੈ। ਦੁਆਬ ਵਿਸ ਦਾ ਮੁੱਖ ਸ਼ਹਿਰ ਦੱਸੋ ਜੀ? ਜਲੰਧਰ। ਪੰਜਾਬ ਨੂੰ ਕਿੰਨੇ ਦੁਆਬਿਆਂ ਵਿੱਚ ਵੰਡਿਆ ਗਿਆ ਜੀ? 5। ਬਾਰੀ ਦੁਆਬ ਵਿੱਚ ਕਿਹੜੇ ਦੋ ਦਰਿਆ ਆਉਂਦੇ ਹਨ? ਬਿਆਸ ਅਤੇ ਰਾਵੀ। ਕਿਹੜੇ ਵਾਇਸਰਾਏ ਨੇ ਦਿੱਲੀ ਨੂੰ ਭਾਰਤੀ ਰਾਜਧਾਨੀ 1911 ਵਿੱਚ ਬਣਾਇਆ ਜੀ? ਲਾਰਡ ਹਾਰਡਿੰਗ ਨੇ। ਨੈਕਸਟ ਲੈਸਨ ਨੰਬਰ 2 ਹੈ, ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ। ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਬਾਦਸ਼ਾਹ ਕੌਣ ਸੀ? ਸਿਕੰਦਰ ਲੋਧੀ। ਬਾਬਰ ਨੂੰ ਪੰਜਾਬ ਉੱਤੇ ਜਿੱਤ ਕਦੋਂ ਪ੍ਰਾਪਤ ਹੋਈ? 1526 ਈਸਵੀ ਵਿੱਚ। ਉਲਮਾ ਕੌਣ ਸਨ? ਮੁਸਲਿਮ ਧਾਰਮਿਕ ਵਰਗ ਦੇ ਨੇਤਾ। ਨੈਕਸਟ ਹੈ ਕੁਐਸਚਨ ਨੰਬਰ 4, ਹੇਠ ਲਿਖਿਆਂ ਵਿੱਚ ਕੌਣ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਸਪੁੱਤਰੀ ਬੀਬੀ ਫਾਤਿਮਾ ਦੀ ਸੰਤਾਨ ਮੰਨਦੇ ਸਨ? ਸੈਯਦ। ਪਤੀ ਦੀ ਚਿਤਾ ਉੱਤੇ ਪਤਨੀ ਨੂੰ ਜਿੰਦੇ ਸਾੜਨ ਦੀ ਭੈੜੀ ਰਸਮ ਦਾ ਕੀ ਨਾਂ ਸੀ? ਸਤੀ ਪ੍ਰਥਾ। ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ? 1526 ਈਸਵੀ ਦੇ ਵਿੱਚ। ਨੈਕਸਟ ਕੁਐਸਚਨ ਨੰਬਰ 7 ਹੈ, ਪਠਾਨਾਂ ਦੇ ਸੁਭਾਅ ਅਤੇ ਆਚਰਨ ਨੂੰ ਨਾ ਸਮਝਣਾ, ਪਠਾਨਾਂ ਵਿੱਚ ਅਨੁਸ਼ਾਸਨ ਕਾਇਮ ਕਰਨ ਵਿੱਚ ਅਸਫਲਤਾ, ਇਹ ਦੋ ਔਗੁਣ ਕਿਹੜੇ ਲੋਧੀ ਸ਼ਾਸਕ ਦੇ ਸਨ? ਇਬਰਾਹਿਮ ਲੋਧੀ। ਇਬਰਾਹਿਮ ਲੋਧੀ ਦਾ ਕੋਈ ਇੱਕ ਗੁਣ ਦੱਸੋ? ਬਹਾਦਰ ਸਿਪਾਹੀ ਅਤੇ ਸਫਲ ਜਰਨੈਲ। ਸਰਕਾਰੀ ਕਰਮਚਾਰੀ, ਸਿਪਾਹੀ, ਵਪਾਰੀ ਅਤੇ ਕਿਸਾਨ ਕਿਹੜੀ ਮੁਸਲਿਮ ਸ਼੍ਰੇਣੀ ਵਿੱਚ ਆਉਂਦੇ ਸਨ? ਮੱਧ ਸ਼੍ਰੇਣੀ। ਬਾਬਰ ਨੇ ਪਾਣੀਪਤ ਦੀ ਲੜਾਈ ਵਿੱਚ ਕਿਸ ਨੂੰ ਹਰਾਇਆ? ਇਬਰਾਹਿਮ ਲੋਧੀ ਨੂੰ। ਨੈਕਸਟ ਲੈਸਨ ਨੰਬਰ 3 ਆ ਗਿਆ ਜੀ, ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੀਆਂ ਸਿੱਖਿਆਵਾਂ। ਗੁਰੂ ਨਾਨਕ ਦੇਵ ਜੀ ਨੇ ਆਸਾਮ ਕਾਮਰੂਪ ਵਿਖੇ ਕਿਹੜੀ ਜਾਦੂਗਰਨੀ ਨੂੰ ਉਪਦੇਸ਼ ਦਿੱਤਾ? ਨੂਰ ਸ਼ਾਹੀ। ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਕਿੱਥੋਂ ਦੀ ਰਹਿਣ ਵਾਲੀ ਸੀ? ਬਟਾਲਾ। ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਵਿਖੇ ਕਿਸ ਕੋਲ ਨੌਕਰੀ ਕੀਤੀ? ਦੌਲਤ ਖਾਂ ਲੋਧੀ। ਗੁਰੂ ਨਾਨਕ ਦੇਵ ਜੀ ਨੇ ਪਹਿਲੇ ਉਦਾਸੀ ਲਗਭਗ ਕਦੋਂ ਸ਼ੁਰੂ ਕੀਤੀ? 1500 ਈਸਵੀ ਦੇ ਵਿੱਚ। ਗੁਰੂ ਨਾਨਕ ਦੇਵ ਜੀ ਕਿਹੋ ਜਿਹੇ ਜਨੇਊ ਚਾਹੁੰਦੇ ਸਨ? ਸਦਗੁਣਾਂ ਦੇ ਧਾਗੇ ਤੋਂ ਬਣਿਆ ਜਨੇਊ। ਗੁਰੂ ਨਾਨਕ ਦੇਵ ਜੀ ਨੇ ਕਿਹੜਾ ਸ਼ਹਿਰ ਵਸਾਇਆ? ਕਰਤਾਰਪੁਰ। ਗੁਰੂ ਨਾਨਕ ਦੇਵ ਜੀ ਮੱਕਾ ਅਤੇ ਮਦੀਨਾ ਕਿਹੜੀ ਉਦਾਸੀ ਸਮੇਂ ਪਹੁੰਚੇ? ਤੀਜੀ ਉਦਾਸੀ। ਈਸ਼ਵਰ ਦਾ ਸ਼ਹਿਰ ਕਿਸ ਨੂੰ ਕਿਹਾ ਜਾਂਦਾ ਹੈ? ਕਰਤਾਰਪੁਰ। ਕਿਸ ਘਟਨਾ ਨੂੰ ਸੱਚਾ ਸੌਦਾ ਦਾ ਨਾਂ ਦਿੱਤਾ ਗਿਆ ਹੈ? ਵਪਾਰ ਲਈ ਦਿੱਤੇ 20 ਰੁਪਏ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਛਕਾਉਣਾ। ਗੁਰੂ ਨਾਨਕ ਦੇਵ ਜੀ ਦੀ ਸੱਜਣ ਠੱਗ ਨਾਲ ਮੁਲਾਕਾਤ ਕਿੱਥੇ ਹੋਈ? ਤਲੂੰਬਾ ਦੇ ਵਿੱਚ।
ਨੈਕਸਟ ਲੈਸਨ ਨੰਬਰ ਹੈ ਜੀ 4, ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ ਬਹਾਦਰ ਜੀ ਤੱਕ ਸਿੱਖ ਗੁਰੂਆਂ ਦਾ ਯੋਗਦਾਨ। ਸਭ ਤੋਂ ਪਹਿਲਾ ਪ੍ਰਸ਼ਨ ਹੈ, ਭਾਈ ਲਹਿਣਾ ਕਿਸ ਗੁਰੂ ਦਾ ਨਾਂ ਸੀ? ਗੁਰੂ ਅੰਗਦ ਦੇਵ ਜੀ। ਗੋਇੰਦਵਾਲ ਵਿੱਚ ਬੋਲੀ ਦੀ ਨੀਂਹ ਕਿਸ ਗੁਰੂ ਜੀ ਨੇ ਰੱਖੀ? ਸ਼੍ਰੀ ਗੁਰੂ ਅੰਗਦ ਦੇਵ ਜੀ ਨੇ। ਨੈਕਸਟ ਕੁਐਸਚਨ ਹੈ, ਅਕਬਰ ਕਿਹੜੇ ਗੁਰੂ ਸਾਹਿਬ ਨੂੰ ਮਿਲਣ ਗੋਇੰਦਵਾਲ ਆਇਆ ਸੀ? ਗੁਰੂ ਅਮਰਦਾਸ। ਗੁਰੂ ਅਮਰਦਾਸ ਜੀ ਨੇ ਕਿਹੜਾ ਸ਼ਹਿਰ ਬਸਾਇਆ? ਅੰਮ੍ਰਿਤਸਰ, ਰਮਦਾਸਪੁਰ। ਗੁਰੂ ਅਰਜਨ ਦੇਵ ਜੀ ਨੇ ਰਾਵੀ ਅਤੇ ਬਿਆਸ ਵਿਚਕਾਰ ਕਿਸ ਸ਼ਹਿਰ ਦੀ ਅਤੇ ਕਦੋਂ ਨੀਂਹ ਰੱਖੀ? ਤਰਨ ਤਾਰਨ ਦੀ 1590 ਈਸਵੀ ਵਿੱਚ। ਤਰਨ ਤਾਰਨ, ਕਰਤਾਰਪੁਰ, ਹਰਗੋਬਿੰਦਪੁਰ ਅਤੇ ਛੇਹਰਟਾ ਸ਼ਹਿਰ ਕਿਸ ਗੁਰੂ ਦੁਆਰਾ ਸਥਾਪਿਤ ਕੀਤੇ ਗਏ ਹਨ? ਗੁਰੂ ਅਰਜਨ ਦੇਵ ਜੀ। ਗੋਇੰਦਵਾਲ ਸ਼ਹਿਰ ਦੀ ਸਥਾਪਨਾ ਕਿਹੜੇ ਗੁਰੂ ਨੇ ਕੀਤੀ? ਗੁਰੂ ਅੰਗਦ ਦੇਵ ਜੀ ਨੇ 1546 ਵਿੱਚ। ਮੰਜੀ ਪ੍ਰਥਾ ਦੀ ਸਥਾਪਨਾ ਕਿਸ ਗੁਰੂ ਨੇ ਕੀਤੀ? ਗੁਰੂ ਅਮਰਦਾਸ ਜੀ ਨੇ। ਭਾਈ ਜੇਠਾ ਕਿਸ ਗੁਰੂ ਦਾ ਪਹਿਲਾ ਨਾਂ ਸੀ? ਗੁਰੂ ਰਾਮਦਾਸ। ਗੁਰੂ ਗੱਦੀ ਦਾ ਪਿਤਾ ਪੁਰਖੀ ਸਿਧਾਂਤ ਕਿਸ ਗੁਰੂ ਨੇ ਲਾਗੂ ਕੀਤਾ? ਗੁਰੂ ਰਾਮਦਾਸ ਜੀ ਨੇ। ਹਰਿਮੰਦਰ ਸਾਹਿਬ ਨੀਂਹ ਪੱਥਰ 1599 ਈਸਵੀ ਵਿੱਚ ਕਿਸ ਦੁਆਰਾ ਰੱਖਿਆ ਗਿਆ? ਸੂਫੀ ਫਕੀਰ ਮੀਆਂ ਮੀਰ। ਹਰਿਮੰਦਰ ਸਾਹਿਬ ਵਿੱਚ ਆਦਿ ਗ੍ਰੰਥ ਦੀ ਸਥਾਪਨਾ ਕਦੋਂ ਕੀਤੀ ਗਈ? ਸਤੰਬਰ 1604 ਈਸਵੀ ਵਿੱਚ। ਹਰਿਮੰਦਰ ਸਾਹਿਬ ਵਿੱਚ ਪਹਿਲਾ ਗ੍ਰੰਥੀ ਕਿਸ ਨੂੰ ਥਾਪਿਆ ਗਿਆ? ਬਾਬਾ ਬੁੱਢਾ ਜੀ ਨੂੰ। ਈਸ਼ਵਰ ਸ਼ਹਿਰ ਕਿਸ ਨੂੰ ਕਿਹਾ ਜਾਂਦਾ ਹੈ ਜੀ? ਕਰਤਾਰਪੁਰ ਨੂੰ। ਲਾਹੌਰ ਦੇ ਡੱਬੀ ਬਾਜ਼ਾਰ ਵਿੱਚ ਬੌਲੀ ਸਾਹਿਬ ਦਾ ਨਿਰਮਾਣ ਕਿਸ ਗੁਰੂ ਨੇ ਕਰਵਾਇਆ? ਗੁਰੂ ਅਰਜਨ ਦੇਵ ਜੀ ਨੇ। ਆਦਿ ਗ੍ਰੰਥ ਦਾ ਸੰਕਲਨ ਕਿਸ ਗੁਰੂ ਜੀ ਨੇ ਕੀਤਾ? ਗੁਰੂ ਅਰਜਨ ਦੇਵ ਜੀ ਨੇ। ਮੀਰੀ ਅਤੇ ਪੀਰੀ ਦੋ ਤਲਵਾਰਾਂ ਕਿਸ ਗੁਰੂ ਨੇ ਧਾਰਨ ਕੀਤੀਆਂ? ਗੁਰੂ ਹਰਗੋਬਿੰਦ ਜੀ ਨੇ। ਸੱਚੇ ਪਾਤਸ਼ਾਹ ਦੀ ਉਪਾਧੀ ਕਿਸ ਗੁਰੂ ਨੇ ਧਾਰਨ ਕੀਤੀ? ਗੁਰੂ ਹਰਗੋਬਿੰਦ ਜੀ। ਅਕਾਲ ਤਖਤ ਦੀ ਉਸਾਰੀ ਕਿਸ ਗੁਰੂ ਨੇ ਕਰਵਾਈ? ਗੁਰੂ ਹਰਗੋਬਿੰਦ ਜੀ। ਗੁਰੂ ਹਰਿਰਾਏ ਜੀ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਕਿਸ ਨੂੰ ਭੇਜਿਆ? ਗੁਰੂ ਹਰਿਰਾਏ ਜੀ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਕਿਸ ਨੂੰ ਭੇਜਿਆ? ਰਾਮ ਰਾਏ ਨੂੰ। ਕਿਸ ਗੁਰੂ ਨੂੰ ਬਾਲ ਗੁਰੂ ਦਾ ਦਰਜਾ ਦਿੱਤਾ ਹੈ? ਗੁਰੂ ਹਰਕ੍ਰਿਸ਼ਨ ਜੀ ਨੂੰ। ਗੁਰੂ ਤੇਗ ਬਹਾਦਰ ਜੀ ਕਿਸ ਸਥਾਨ 'ਤੇ ਸ਼ਹੀਦ ਕੀਤਾ ਗਿਆ? ਚਾਂਦਨੀ ਚੌਂਕ, ਦਿੱਲੀ ਵਿੱਚ। ਨੈਕਸਟ ਲੈਸਨ ਹੈ ਜੀ, ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਕਾਲ, ਖਾਲਸੇ ਦੀ ਸਿਰਜਣਾ ਅਤੇ ਸ਼ਖਸੀਅਤ। ਪਹਿਲਾ ਪ੍ਰਸ਼ਨ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਪੰਥ ਦੀ ਸਥਾਪਨਾ ਕਦੋਂ ਕੀਤੀ? 1699 ਈਸਵੀ ਦੇ ਵਿੱਚ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? 22 ਦਸੰਬਰ 1666 ਪਟਨਾ ਦੇ ਵਿੱਚ। ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਦਾ ਨਾਂ ਗੁਜਰੀ ਅਤੇ ਪਿਤਾ ਦਾ ਨਾਂ ਸ਼੍ਰੀ ਗੁਰੂ ਤੇਗ ਬਹਾਦਰ ਸੀ। ਬਿਲਕੁਲ ਠੀਕ ਪ੍ਰਸ਼ਨ ਹੈ ਜੀ। ਗੁਰੂ ਗੋਬਿੰਦ ਸਿੰਘ ਜੀ ਨੇ ਕਾਜ਼ੀ ਪੀਰ ਮੁਹੰਮਦ, ਪੰਡਿਤ ਹਜ਼ਰਤ ਰਾਜਪੂਤ, ਬੱਜਰ ਸਿੰਘ, ਭਾਈ ਸਾਹਿਬ ਚੰਦ ਅਤੇ ਭਾਈ ਸਤੀ ਦਾਸ ਤੋਂ ਸਿੱਖਿਆ ਗ੍ਰਹਿਣ ਕੀਤੀ। ਬਿਲਕੁਲ ਠੀਕ ਹੈ ਜੀ। ਡੈਸ਼ ਪੰਡਤਾਂ ਨੂੰ ਔਰੰਗਜ਼ੇਬ ਜ਼ਬਰਦਸਤੀ ਮੁਸਲਮਾਨ ਬਣਾਉਣਾ ਚਾਹੁੰਦਾ ਸੀ? ਕਸ਼ਮੀਰੀ ਪੰਡਤਾਂ ਨੂੰ। ਗੁਰੂ ਜੀ ਨੇ ਘੋੜਸਵਾਰੀ ਅਤੇ ਅਸਤਰ ਸ਼ਾਸਤਰ ਚਲਾਉਣ ਦੀ ਸਿੱਖਿਆ ਕਿਸ ਨੇ ਦਿੱਤੀ? ਰਾਜਪੂਤ ਬੰਜਰ ਸਿੰਘ ਨੇ। ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਕਦੋਂ ਸ਼ਹੀਦ ਕੀਤਾ? 11 ਨਵੰਬਰ 1675 ਈਸਵੀ ਦੇ ਵਿੱਚ। ਗੁਰੂ ਜੀ ਦੇ ਨਗਾਰੇ ਦਾ ਨਾਂ ਸੀ ਰਣਜੀਤ ਨਗਾਰਾ। ਪਾਉਂਟਾ ਸਾਹਿਬ ਦਾ ਅਰਥ ਹੈ ਪੈਰ ਰੱਖਣ ਦੀ ਥਾਂ। ਬਿਲਕੁਲ ਠੀਕ ਹੈ। ਗੁਰੂ ਜੀ ਨੇ ਪਹਾੜੀ ਰਾਜਾ ਭੀਮ ਚੰਦ ਅਤੇ ਉਸਦੇ ਸਾਥੀਆਂ ਨਾਲ ਭੰਗਾਣੀ ਦੀ ਜੰਗ ਕਦੋਂ ਲੜੀ? 1688 ਈਸਵੀ ਦੀ। ਭੰਗਾਣੀ ਯੁੱਧ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਗੜ੍ਹ, ਕੇਸਗੜ੍ਹ, ਲਾਹੌਰਗੜ੍ਹ ਅਤੇ ਫਤਿਹਗੜ੍ਹ ਨਾਮੀ ਕਿਲ੍ਹੇ ਉਸਾਰੇ। ਮੁਕਤਸਰ ਦਾ ਪੁਰਾਣਾ ਨਾਂ ਖਿਦਰਾਨਾ ਨਹੀਂ ਹੈ, ਇਹ ਗਲਤ ਹੈ। ਜ਼ਫਰਨਾਮਾ ਨਾਮਕ ਖਤ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਮੁਗਲ ਬਾਦਸ਼ਾਹ ਨੂੰ ਲਿਖਿਆ? ਔਰੰਗਜ਼ੇਬ ਨੂੰ। ਖੰਡੇ ਦੀ ਪਹਿਲ ਤਿਆਰ ਕਰਦੇ ਸਮੇਂ ਜਪਜੀ ਸਾਹਿਬ, ਆਨੰਦ ਸਾਹਿਬ, ਜਪ ਸਾਹਿਬ, ਸਵੇ ਚੌਪਈਆ ਠੀਕ ਦਾ ਪਾਠ ਕੀਤਾ? ਬਿਲਕੁਲ ਠੀਕ ਪ੍ਰਸ਼ਨ ਹੈ। ਚੌਪਾਈ ਦਾ ਪਾਠ ਕੀਤਾ।
ਨੈਕਸਟ ਹੈ ਬਚਿੱਤਰ ਨਾਟਕ ਕਿਸ ਗੁਰੂ ਜੀ ਦੀ ਜੀਵਨ ਕਥਾ ਹੈ? ਗੁਰੂ ਗੋਬਿੰਦ ਸਿੰਘ ਜੀ ਦੀ। ਨਾਦੌਨ ਦਾ ਯੁੱਧ 1690 ਈਸਵੀ ਵਿੱਚ ਪਹਾੜੀ ਰਾਜਿਆਂ ਅਤੇ ਮੁਗਲਾਂ ਵਿਚਕਾਰ ਲੜਿਆ ਗਿਆ, ਬਿਲਕੁਲ ਠੀਕ ਪ੍ਰਸ਼ਨ ਹੈ। ਨੈਕਸਟ ਹੈ ਬਿਲਾਸਪੁਰ ਦੇ ਰਾਜਾ ਭੀਮ ਚੰਦ ਨੇ ਖਾਲਸੇ ਦੀ ਸਿਰਜਣਾ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨਾਲ ਦੋਸਤੀ ਕਰ ਲਈ, ਇਹ ਵੀ ਬਿਲਕੁਲ ਠੀਕ ਪ੍ਰਸ਼ਨ ਹੈ ਜੀ। ਕੁਐਸਚਨ ਨੰਬਰ 18 ਭੰਗਾਣੀ ਦੀ ਲੜਾਈ ਦਾ ਤਤਕਾਲੀ ਕਾਰਜ ਰਾਜਾ ਭੀਮ ਚੰਦ ਦੇ ਪੁੱਤਰ ਦੀ ਬਰਾਤ ਦਾ ਸਿੱਖਾਂ ਨਾਲ ਝਗੜਾ ਸੀ, ਠੀਕ ਪ੍ਰਸ਼ਨ ਹੈ ਜੀ। ਜਫਰਨਾਮਾ, ਜਪ ਸਾਹਿਬ, ਅਕਾਲ ਉਸਤਤ ਅਤੇ ਸ਼ਸਤਰਨਾਮ ਮਾਲਾ ਕਿਸ ਗੁਰੂ ਦੀਆਂ ਰਚਨਾਵਾਂ ਹਨ? ਗੁਰੂ ਗੋਬਿੰਦ ਸਿੰਘ ਜੀ। ਚਮਕੌਰ ਸਾਹਿਬ ਦਾ ਯੁੱਧ ਕਦੋਂ ਲੜਿਆ ਗਿਆ? 1705 ਈਸਵੀ ਵਿੱਚ। ਹੇਠ ਲਿਖਿਆਂ ਵਿੱਚੋਂ ਕਿਹੜੀ ਲੜਾਈ ਪੂਰਬ ਖਾਲਸਾ ਕਾਲ ਦੀ ਹੈ? ਭੰਗਾਣੀ ਦਾ ਯੁੱਧ। ਗੁਰੂ ਗੋਬਿੰਦ ਸਿੰਘ ਜੀ 7 ਅਕਤੂਬਰ 1708 ਈਸਵੀ ਵਿੱਚ ਜੋਤੀ ਜੋਤ ਸਮਾ ਗਏ, ਠੀਕ ਪ੍ਰਸ਼ਨ ਹੈ ਜੀ। ਗੁਰੂ ਜੀ ਨੇ ਡੈਸ਼ ਨੂੰ ਬੰਦਾ ਬਹਾਦਰ ਦੇ ਰੂਪ ਵਿੱਚ ਪੰਜਾਬ ਭੇਜਿਆ? ਮਾਧੋ ਦਾਸ। ਗੁਰੂ ਜੀ ਨੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਦੀ 5 ਪਿਆਰਿਆਂ ਦੇ ਰੂਪ 'ਚ ਚੋਣ ਕੀਤੀ, ਇਹ ਵੀ ਬਿਲਕੁਲ ਠੀਕ ਪ੍ਰਸ਼ਨ ਹੈ ਜੀ। ਨੈਕਸਟ ਆ ਗਿਆ ਬੰਦਾ ਬਹਾਦਰ ਅਤੇ ਸਿੱਖ ਮਿਸਲਾਂ। ਇਸ ਦਾ ਫਸਟ ਕੁਐਸਚਨ ਹੈ ਬੰਦਾ ਬਹਾਦਰ ਨੇ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਨੂੰ ਕਿਹੜੀ ਲੜਾਈ ਵਿੱਚ ਮਾਰਿਆ? ਚੱਪਰ ਚਿੜੀ ਦੀ ਲੜਾਈ ਦੇ ਵਿੱਚ। ਮਿਸਲ ਡੈਸ਼ ਭਾਸ਼ਾ ਦਾ ਇੱਕ ਸ਼ਬਦ ਹੈ ਜਿਸ ਦਾ ਅਰਥ ਹੈ ਬਰਾਬਰ ਜਾਂ ਇੱਕੋ ਜਿਹਾ, ਅਰਬੀ ਭਾਸ਼ਾ ਦਾ ਸ਼ਬਦ ਹੈ। ਨਵਾਬ ਕਪੂਰ ਸਿੰਘ ਕਿਹੜੀ ਮਿਸਲ ਦਾ ਮੋਢੀ ਸੀ? ਫੈਜ਼ਲਪੁਰੀਆ। ਕਿਹੜੀ ਮਿਸਲ ਨੇ ਸਿੰਘਪੁਰੀਆ ਮਿਸਲ ਵੀ ਕਿਹਾ ਜਾਂਦਾ ਹੈ? ਫੈਜ਼ਲਪੁਰੀਆ ਮਿਸਲ। ਡੈਸ਼ ਦੇ ਖੇਤਰ ਵਿੱਚ ਲਾਹੌਰ, ਅੰਮ੍ਰਿਤਸਰ, ਗੁਜਰਾਤ ਅਤੇ ਸਿਆਲਕੋਟ ਵਰਗੇ ਮਹੱਤਵਪੂਰਨ ਸ਼ਹਿਰ ਆਉਂਦੇ ਹਨ ਭੰਗੀ ਮਿਸਲ 'ਚ। ਡੈਸ਼ ਮਿਸਲ ਦਾ ਮੋਢੀ ਸੀ ਕਨਈਆ। ਕਨਈਆ ਮਿਸਲ ਦਾ ਮੋਢੀ ਸੀ ਜੈ ਸਿੰਘ। ਰਣਜੀਤ ਸਿੰਘ ਦੇ ਦਾਦਾ ਚੜ੍ਹਤ ਸਿੰਘ ਕਿਹੜੀ ਮਿਸਲ ਦਾ ਮੋਢੀ ਸੀ? ਸ਼ੁਕਰ ਚੱਕੀਆ ਮਿਸਲ। ਫੁਲਕੀਆ ਮਿਸਲ ਦਾ ਮੋਢੀ ਕੌਣ ਸੀ? ਚੌਧਰੀ ਫੂਲ। ਨੈਕਸਟ ਹੈ ਤਾਰਾ ਸਿੰਘ ਗੇਬਾ ਕਿਸ ਮਿਸਲ ਦਾ ਪ੍ਰਸਿੱਧ ਨੇਤਾ ਸੀ? ਡੱਲੇਵਾਲੀਆ ਮਿਸਲ। ਕਰੋੜ ਸਿੰਘੀਆ ਮਿਸਲ ਨੂੰ ਪੰਜਗੜੀਆ ਮਿਸਲ ਵੀ ਕਿਹਾ ਜਾਂਦਾ ਹੈ। ਇਸ ਮਿਸਲ ਦਾ ਬਾਨੀ ਕਰੋੜਾ ਸਿੰਘ ਸੀ, ਠੀਕ ਹੈ। ਕਨਈਆ ਮਿਸਲ ਦੇ ਪ੍ਰਸਿੱਧ ਨੇਤਾ ਸਦਾ ਕੌਰ ਕੌਣ ਸੀ? ਰਣਜੀਤ ਸਿੰਘ ਦੀ ਸੱਸ। ਵਜ਼ੀਰ ਖਾਂ ਡੈਸ਼ ਦਾ ਸੂਬੇਦਾਰ ਸੀ ਅਤੇ ਇਸ ਦਾ ਬੰਦਾ ਬਹਾਦਰ ਨਾਲ ਚੱਪੜ ਚਿੜੀ ਨਾਮਕ ਸਥਾਨ 'ਤੇ ਲੜਾਈ ਹੋਈ। ਵਜ਼ੀਰ ਖਾਂ ਕਿੱਥੋਂ ਦਾ ਜੀ? ਸਰਹੰਦ ਦਾ ਸੂਬੇਦਾਰ ਸੀ। ਡੈਸ਼ ਦਾ ਜਲਾਦ ਸੈਯਦ ਜਲਾਲੂਦੀਨ ਸਮਾਨੇ ਦਾ ਰਹਿਣ ਵਾਲਾ ਸੀ? ਗੁਰੂ ਤੇਗ ਬਹਾਦਰ। ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਸ਼ਹੀਦ ਕਰਨ ਵਾਲੇ ਜਲਾਦ ਸ਼ਾਸਲ ਬੇਗ ਅਤੇ ਵਾਸ਼ਲ ਬੇਗ ਸਮਾਨੇ ਦੇ ਰਹਿਣ ਵਾਲੇ ਸਨ, ਇਹ ਵੀ ਠੀਕ ਪ੍ਰਸ਼ਨ ਹੈ ਜੀ। ਬੰਦਾ ਸਿੰਘ ਬਹਾਦਰ ਅਤਿਆਚਾਰੀ ਮੁਗਲ ਕਰਮਚਾਰੀਆਂ ਨੂੰ ਉਹਨਾਂ ਦੇ ਗੁਨਾਹ ਦੀ ਸਜ਼ਾ ਦੇਣ ਲਈ ਦੱਖਣ ਤੋਂ ਪੰਜਾਬ ਆਇਆ, ਇਹ ਬਿਲਕੁਲ ਠੀਕ ਪ੍ਰਸ਼ਨ ਹੈ ਜੀ। ਬੰਦਾ ਬਹਾਦਰ ਨੂੰ ਭੂਨਾ ਪਿੰਡ ਵਿਖੇ ਠਹਿਰੇ ਹੋਏ ਮੁਗਲ ਸੈਨਿਕਾਂ ਤੋਂ ਜ਼ਮੀਨ 'ਤੇ ਉਗਾਏ ਹੋਏ ਮਾਲਈਏ ਨੂੰ ਆਪਣੀ ਸੈਨਿਕ ਲੋੜਾਂ ਕਾਰਨ ਲੁੱਟਣ ਲਈ ਹਮਲਾ ਕੀਤਾ, ਇਹ ਵੀ ਠੀਕ ਪ੍ਰਸ਼ਨ ਹੈ। ਬੰਦਾ ਬਹਾਦਰ ਨੇ ਸਡੋਰੇ ਉੱਪਰ ਹਮਲਾ ਇਸ ਲਈ ਕੀਤਾ ਕਿਉਂਕਿ ਉੱਥੋਂ ਦਾ ਹਾਕਮ ਉਸਮ ਖਾਂ ਹਿੰਦੂ ਲੋਕਾਂ ਉੱਤੇ ਅਤਿਆਚਾਰ ਕਰਦਾ ਸੀ ਅਤੇ ਉਸ ਨੇ ਪੀਰ ਬੁੱਧੂ ਸ਼ਾਹ ਦਾ ਨੂੰ ਕਤਲ ਵੀ ਕਰਵਾ ਦਿੱਤਾ ਸੀ, ਠੀਕ ਪ੍ਰਸ਼ਨ ਹੈ। ਨੈਕਸਟ ਹੈ ਰਾਹੋ ਦੀ ਲੜਾਈ 10 ਅਤੇ 11 ਅਕਤੂਬਰ ਨੂੰ ਸਿੱਖਾਂ ਦੇ ਜਲੰਧਰ ਦੁਆਬੇ 'ਤੇ ਫੌਜਦਾਰ ਸਮਸ ਖਾਂ ਵਿਚਕਾਰ ਹੋਈ 1710 ਨੂੰ। ਬੰਦਾ ਬਹਾਦਰ ਨੇ ਡੈਸ਼ ਨੂੰ ਆਪਣੀ ਰਾਜਧਾਨੀ ਬਣਾਇਆ ਸੀ? ਲੋਹਗੜ੍ਹ। ਉਸ ਤੋਂ ਬਾਅਦ ਹੈ ਨੈਕਸਟ ਲੈਸਨ ਹੈ ਰਣਜੀਤ ਸਿੰਘ ਮੁੱਢਲਾ ਜੀਵਨ ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ। ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ? 13 ਨਵੰਬਰ 1780 ਸੀ। ਰਣਜੀਤ ਸਿੰਘ ਦੇ ਪਿਤਾ ਦਾ ਨਾਮ ਮਹਾਂ ਸਿੰਘ ਅਤੇ ਮਾਤਾ ਦਾ ਨਾਮ ਰਾਜਕੌਰ ਸੀ, ਬਿਲਕੁਲ ਠੀਕ ਪ੍ਰਸ਼ਨ ਹੈ। ਰਣਜੀਤ ਸਿੰਘ ਦੀ ਬਚਪਨ ਵਿੱਚ
ਡੈਸ਼ ਦੀ ਬਿਮਾਰੀ ਕਾਰਨ ਇੱਕ ਅੱਖ ਜਾਂਦੀ ਰਹੀ ਸੀ, ਚੇਚਕ। ਨੈਕਸਟ ਹੈ, ਰਣਜੀਤ ਸਿੰਘ ਦਾ ਵਿਆਹ ਮਹਿਤਾਬ ਕੌਰ ਨਾਲ ਹੋਇਆ ਜੋ ਕਿ ਡੈਸ਼ ਨਾਲ ਸੰਬੰਧਿਤ ਸੀ, ਕਨਈਆ ਮਿਸਲ। ਨੈਕਸਟ ਕੁਐਸਚਨ ਹੈ, ਰਣਜੀਤ ਸਿੰਘ ਦੇ ਬਾਲਗ ਹੋਣ ਤੱਕ ਸ਼ੁਕਰਚੱਕੀਆ ਮਿਸਲ ਦਾ ਰਾਜ ਪ੍ਰਬੰਧ ਰਾਜ ਕੌਰ, ਦੀਵਾਨ ਲਖਪਤ ਰਾਏ ਅਤੇ ਸਦਾ ਕੌਰ ਦੇ ਹੱਥ ਵਿੱਚ ਰਿਹਾ, ਜਿਸ ਨੂੰ ਤਿੱਕੜੀ ਦਾ ਸਰਪ੍ਰਸਤੀ ਕਾਲ ਕਿਹਾ ਜਾਂਦਾ ਹੈ। ਬਿਲਕੁਲ ਠੀਕ ਪ੍ਰਸ਼ਨ ਹੈ ਜੀ। ਰਣਜੀਤ ਸਿੰਘ ਨੇ ਭੰਗੀ ਸਰਦਾਰਾਂ ਤੋਂ ਲਾਹੌਰ ਡੈਸ਼ ਵਿੱਚ ਜਿੱਤਿਆ 1799 ਈਸਵੀ ਵਿੱਚ। ਬਸੀਨ ਦੀ ਲੜਾਈ ਵਿੱਚ ਰਣਜੀਤ ਸਿੰਘ ਦੇ ਵਿਰੁੱਧ ਜੱਸਾ ਸਿੰਘ ਰਾਮਗੜੀਆ ਅਤੇ ਗੁਲਾਬ ਸਿੰਘ ਪ੍ਰਮੁੱਖ ਸਰਦਾਰ ਸਨ। ਬਿਲਕੁਲ ਠੀਕ ਪ੍ਰਸ਼ਨ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸਰਕਾਰ ਨੂੰ ਕੀ ਨਾਂ ਦਿੱਤਾ? ਸਰਕਾਰ ਏ ਖਾਲਸਾ। ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ ਅੰਮ੍ਰਿਤਸਰ ਦੀ ਸੰਧੀ ਸੰਨ 1809 ਈਸਵੀ ਵਿੱਚ ਹੋਈ। 23 ਜੂਨ 1938 ਈਸਵੀ ਵਿੱਚ ਅੰਗਰੇਜ਼ਾਂ ਮਹਾਰਾਜਾ ਰਣਜੀਤ ਸਿੰਘ ਅਤੇ ਸ਼ਾਹ ਸੁਜਾ ਵਿਚਕਾਰ ਹੋਈ ਸੰਧੀ ਨੂੰ ਪ੍ਰਤੱਖ ਸੰਧੀ ਕਿਹਾ ਜਾਂਦਾ ਹੈ। ਇਹ ਠੀਕ ਹੈ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ? ਇਹ ਹੈ ਜੀ ਜੂਨ 1839 ਈਸਵੀ ਦੇ ਵਿੱਚ। ਅਗਲਾ ਚੈਪਟਰ ਹੈ ਜੀ ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ। ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ ਜੀ? 1849 ਈਸਵੀ ਵਿੱਚ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਸ ਦੀ ਉੱਤਰਾਧਿਕਾਰੀ ਕੌਣ ਸੀ? ਖੜਕ ਸਿੰਘ। ਉੱਤਰਾਧਿਕਾਰੀ ਕੌਣ ਬਣਿਆ? ਖੜਕ ਸਿੰਘ। ਸੁਚੇਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ ਸਰਕਾਰ ਉਸ ਦੇ ਪੁੱਤਰ ਨਾ ਹੋਣ ਕਾਰਨ 15 ਲੱਖ ਰੁਪਏ ਹੜਪਣਾ ਚਾਹੁੰਦੀ ਸੀ। ਇਹ ਠੀਕ ਹੈ ਜੀ। 18 ਦਸੰਬਰ 1845 ਈਸਵੀ ਮੁਦਗੀ ਦੀ ਲੜਾਈ ਵਿੱਚ ਸਿੱਖਾਂ ਦੀ ਹਾਰ ਉਹਨਾਂ ਦੇ ਨੇਤਾ ਲਾਲ ਸਿੰਘ ਦੀ ਗਦਾਰੀ ਕਾਰਨ ਹੋਈ। ਇਹ ਵੀ ਪ੍ਰਸ਼ਨ ਠੀਕ ਹੈ ਜੀ। 10 ਫਰਵਰੀ 1946 ਈਸਵੀ ਨੂੰ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਲੜਾਈ ਕਿਹੜੀ ਥਾਂ 'ਤੇ ਹੋਈ? ਸਬਰਾਓ ਦੀ ਲੜਾਈ। ਅੰਗਰੇਜ਼ਾਂ ਅਤੇ ਸਿੱਖਾਂ ਦਾ ਪਹਿਲਾ ਯੁੱਧ 1845 ਅਤੇ 46 ਈਸਵੀ ਵਿੱਚ ਹੋਇਆ। ਇਹ ਬਿਲਕੁਲ ਠੀਕ ਪ੍ਰਸ਼ਨ ਹੈ ਜੀ। ਲਾਹੌਰ ਦੀ ਪਹਿਲੀ ਸੰਧੀ 9 ਮਾਰਚ 1946 ਈਸਵੀ ਵਿੱਚ ਲਾਰਡ ਹਾਰਡਿੰਗ ਅਤੇ ਲਾਹੌਰ ਸਰਕਾਰ ਵਿੱਚ ਹੋਈ। ਬਿਲਕੁਲ ਠੀਕ ਹੈ। ਭੈਰੋਵਾਲ ਦੀ ਸੰਧੀ ਕਦੋਂ ਹੋਈ? 26 ਦਸੰਬਰ 1846 ਈਸਵੀ ਦੇ ਵਿੱਚ। ਅੰਗਰੇਜ਼ਾਂ ਅਤੇ ਸਿੱਖਾਂ ਦਾ ਦੂਜਾ ਯੁੱਧ ਕਦੋਂ ਹੋਇਆ? 1848 ਅਤੇ 1849 ਈਸਵੀ ਵਿੱਚ। ਰਾਮਨਗਰ, ਚਿਲਿਆਵਾਲਾ, ਮੁਲਤਾਨ ਅਤੇ ਗੁਜਰਾਤ ਅੰਗਰੇਜ਼ਾਂ ਅਤੇ ਸਿੱਖਾਂ ਦੀ ਡੈਸ਼ ਲੜਾਈ ਦਾ ਸਥਾਨ ਸੀ? ਦੂਜੀ ਲੜਾਈ ਦਾ। 29 ਮਾਰਚ 1849 ਈਸਵੀ ਨੂੰ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕਰਨ ਦਾ ਐਲਾਨ ਕਿਸ ਗਵਰਨਰ ਜਨਰਲ ਨੇ ਕੀਤਾ? ਲਾਰਡ ਡਲਹੌਜ਼ੀ ਨੇ। ਮਹਾਰਾਜਾ ਡੈਸ਼ ਪੰਜਾਬ ਲਾਹੌਰ ਦਾ ਆਖਰੀ ਹਾਕਮ ਸੀ? ਦਲੀਪ ਸਿੰਘ। 1846 ਈਸਵੀ ਦੀ ਭੈਰੋਵਾਲ ਦੀ ਸੰਧੀ ਅਨੁਸਾਰ ਲਾਹੌਰ ਦੇ ਰਾਜ ਪ੍ਰਬੰਧ ਲਈ ਕੌਂਸਲ ਆਫ ਰੀਜੈਂਸੀ ਦੀ ਸਥਾਪਨਾ ਕੀਤੀ ਗਈ। ਬਿਲਕੁਲ ਠੀਕ ਹੈ। ਅਗਲਾ ਲੈਸਨ ਹੈ ਜੀ ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬ ਦੀ ਦੇਣ। ਸਾਈਮਨ ਕਮਿਸ਼ਨ ਭਾਰਤ ਕਦੋਂ ਆਇਆ? 1928 ਈਸਵੀ ਵਿੱਚ। 10 ਮਈ 1975 ਈਸਵੀ ਨੂੰ ਮੇਰਠ ਵਿਖੇ ਆਜ਼ਾਦੀ ਦੀ ਪਹਿਲੀ ਜੰਗ ਸ਼ੁਰੂ ਹੋਈ। ਬਿਲਕੁਲ ਠੀਕ ਹੈ ਜੀ। ਸਰਦਾਰ ਅਹਿਮਦ ਖਾਂ ਖਰਲ ਨੇ ਆਜ਼ਾਦੀ ਦੀ ਜੰਗ ਵਿੱਚ ਕੀ ਹਿੱਸਾ ਪਾਇਆ? ਅੰਗਰੇਜ਼ੀ ਸਰਕਾਰ ਨੂੰ ਮਾਲੀਆ ਨਾ ਦੇ ਕੇ ਬਗਾਵਤ ਕੀਤੀ ਅਤੇ ਕਈ ਅੰਗਰੇਜ਼ ਫੌਜੀਆਂ ਦਾ ਕਤਲ ਕੀਤਾ ਅਤੇ ਅੰਤ ਪਾਕਪਟਨ ਦੇ ਨੇੜੇ ਮੁਕਾਬਲਾ ਕਰਦਾ ਹੋਇਆ ਸ਼ਹੀਦ ਹੋ ਗਿਆ। ਉਸ ਤੋਂ ਬਾਅਦ ਹੈ ਨਾਮਧਾਰੀ ਜਾਂ ਕੂਕਾ ਅੰਦੋਲਨ ਦੀ ਨੀਂਹ ਕਿਸ ਨੇ ਤੇ ਕਦੋਂ ਰੱਖੀ? ਸਤਿਗੁਰੂ ਰਾਮ ਸਿੰਘ ਜੀ ਨੇ 12 ਅਪ੍ਰੈਲ 1857 ਈਸਵੀ ਵਿੱਚ। ਆਰੀਆ ਸਮਾਜ ਦੇ ਬਾਨੀ ਕੌਣ ਸਨ? ਸਵਾਮੀ ਦਇਆਨੰਦ ਸਰਸਵਤੀ। ਸਤਿਗੁਰੂ ਰਾਮ ਸਿੰਘ ਨੇ ਅੰਗਰੇਜ਼ ਸਰਕਾਰ ਨਾਲ ਨਾ ਮਿਲਵਰਤਨ ਕਿਵੇਂ ਦਿਖਾਈ? ਸਰਕਾਰੀ ਡਾਕ ਸਹੂਲਤਾਂ, ਵਿਦੇਸ਼ੀ ਕੱਪੜੇ, ਸਰਕਾਰੀ ਅਦਾਲਤਾਂ, ਸਕੂਲਾਂ ਅਤੇ ਕਾਲਜਾਂ ਦਾ ਬਾਈਕਾਟ ਕਰਕੇ। 17 ਅਤੇ 18 ਜਨਵਰੀ 1872 ਨੂੰ 66 ਨਾਮਧਾਰੀ ਸਿੰਘਾਂ ਨੇ ਕਿਸ ਸਥਾਨ 'ਤੇ ਅੰਗਰੇਜ਼ਾਂ ਦੀਆਂ ਤੋਪਾਂ ਅੱਗੇ ਛਾਤੀ ਤਾਣ ਕੇ ਸ਼ਹੀਦੀ ਪ੍ਰਾਪਤ ਕੀਤੀ? ਮਲੇਰ ਕੋਟਲਾ।
ਨੈਕਸਟ ਕੁਐਸਚਨ ਹੈ ਪਗੜੀ ਸੰਭਾਲ ਜੱਟਾ ਗੀਤ ਡੈਸ਼ ਦੁਆਰਾ ਲਿਖਿਆ ਗਿਆ ਬਾਂਕੇ ਦਿਆਲ। ਗਦਰ ਪਾਰਟੀ ਦਾ ਜਨਮ ਕਦੋਂ ਹੋਇਆ? 1913 ਈਸਵੀ ਦੇ ਵਿੱਚ। ਗਦਰ ਪਾਰਟੀ ਦਾ ਜਨਮ ਕਿੱਥੇ ਹੋਇਆ? ਸਨ ਫਰਾਂਸਿਸਕੋ ਅਮਰੀਕਾ ਦੇ ਵਿੱਚ। ਗਦਰ ਪਾਰਟੀ ਦਾ ਪ੍ਰਧਾਨ ਕੌਣ ਸੀ? ਬਾਬਾ ਸੋਹਣ ਸਿੰਘ ਭਕਨਾ। ਬਾਬਾ ਗੁਰਦਿੱਤ ਸਿੰਘ ਅਤੇ ਕਾਮਾ ਘਾਟੋ ਮਾਰੂ ਜਹਾਜ਼ ਕਿਹੜੇ ਦੇਸ਼ ਤੋਂ ਕਿਰਾਏ 'ਤੇ ਲਿਆ ਸੀ? ਜਾਪਾਨ ਤੋਂ। ਜਲਿਆਂਵਾਲੇ ਬਾਗ ਦੀ ਘਟਨਾ ਕਦੋਂ ਵਾਪਰੀ? 13 ਅਪ੍ਰੈਲ 1919 ਵਿੱਚ। ਜਲਿਆਂਵਾਲੇ ਬਾਗ ਦਾ ਖੂਨੀ ਸਾਕੇ ਦਾ ਲਗਭਗ 1000 ਲੋਕ ਮਾਰੇ ਗਏ ਅਤੇ 3000 ਤੋਂ ਵੱਧ ਜ਼ਖਮੀ ਹੋਏ। ਅੰਮ੍ਰਿਤਸਰ ਇੱਕ ਸਿਪਾਹੀ ਡੈਸ਼ ਦੇ ਧੋਖਾ ਦੇਣ ਕਾਰਨ ਗਦਰ ਲਹਿਰ ਦੀ ਪੋਲ ਸਮੇਂ ਪਹਿਲਾਂ ਹੀ ਖੁੱਲ੍ਹ ਗਈ ਅਤੇ ਲਹਿਰ ਕਾਮਯਾਬ ਰਹੀ। ਕਿਰਪਾਲ ਸਿੰਘ। ਅਕਾਲੀ ਲਹਿਰ ਦੇ ਹੋਂਦ ਵਿੱਚ ਆਉਣ ਦੇ ਮੁੱਖ ਕਾਰਨ ਗੁਰਦੁਆਰਿਆਂ ਨੂੰ ਬਦਲਣਾ, ਮਹੰਤਾਂ ਤੋਂ ਖਾਲੀ ਕਰਵਾਉਣਾ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਕਰਨਾ ਸੀ। ਇਹ ਬਿਲਕੁਲ ਠੀਕ ਪ੍ਰਸ਼ਨ ਹੈ ਜੀ। ਦਰਬਾਰ ਸਾਹਿਬ ਅੰਮ੍ਰਿਤਸਰ ਦੀਆਂ ਅੰਗਰੇਜ਼ ਸਰਕਾਰ ਤੋਂ ਚਾਬੀਆਂ ਲੈਣ ਲਈ ਸਿੱਖਾਂ ਨੇ ਕਿਹੜਾ ਮੋਰਚਾ ਲਗਾਇਆ? ਚਾਬੀਆਂ ਵਾਲਾ ਮੋਰਚਾ। ਗੁਰੂ ਕਾ ਬਾਗ ਅੰਮ੍ਰਿਤਸਰ ਮਹੰਤ ਡੈਸ਼ ਦੇ ਕਬਜ਼ੇ ਵਿੱਚ ਸੀ? ਸੁੰਦਰਦਾਸ ਦੇ। ਬੱਬਰ ਅਕਾਲੀ ਲਹਿਰ ਦਾ ਜਨਮ ਗੁਰਦੁਆਰੇ ਵਿੱਚ ਬੈਠੇ ਮਹੰਤਾਂ ਅਤੇ ਪੁਲਿਸ ਦਾ ਮੁਕਾਬਲਾ ਕਰਨ ਲਈ ਹੋਇਆ ਸੀ? ਬਿਲਕੁਲ ਠੀਕ ਪ੍ਰਸ਼ਨ ਹੈ। ਬੱਬਰ ਅਕਾਲੀਆਂ ਦਾ ਮੁੱਖ ਉਦੇਸ਼ ਕੀ ਸੀ? ਮੁਖਬਰਾਂ ਅਤੇ ਸਰਕਾਰੀ ਪਿੱਠੂਆਂ ਦਾ ਅੰਤ ਕਰਨਾ। ਗੁਰਦੁਆਰਾ ਐਕਟ ਕਦੋਂ ਪਾਸ ਹੋਇਆ? 1925 ਈਸਵੀ ਵਿੱਚ। ਸਾਈਮਨ ਕਮਿਸ਼ਨ ਭਾਰਤ ਕਦੋਂ ਆਇਆ? 1928 ਈਸਵੀ ਦੇ ਵਿੱਚ। 1925 ਅਤੇ 26 ਈਸਵੀ ਵਿੱਚ ਡੈਸ਼ ਵਿਖੇ ਨੌਜਵਾਨ ਸਭਾ ਦੀ ਸਥਾਪਨਾ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੁਆਰਾ ਕੀਤੀ ਗਈ। ਲਾਹੌਰ। ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਕਦੋਂ ਹੋਈ? 23 ਮਾਰਚ 1931 ਈਸਵੀ ਦੇ ਵਿੱਚ। ਨੈਕਸਟ ਲੈਸਨ ਹੈ ਕੁਐਸਚਨ ਹੈ ਪੂਰਨ ਸਵਰਾਜ ਪ੍ਰਸਤਾਵ ਅਨੁਸਾਰ ਭਾਰਤ ਵਿੱਚ ਪਹਿਲੀ ਵਾਰ ਸੁਤੰਤਰਤਾ ਦਿਵਸ ਕਦੋਂ ਮਨਾਇਆ ਗਿਆ? 26 ਜਨਵਰੀ 1930 ਈਸਵੀ ਦੇ ਵਿੱਚ। ਸੇਵਾ ਸਿੰਘ ਠੀਕਰੀਵਾਲਾ ਪ੍ਰਜਾ ਮੰਡਲ ਵਿੱਚ ਕਿਵੇਂ ਆਇਆ? ਪਟਿਆਲਾ ਸਰਕਾਰ ਇਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਗ੍ਰਿਫਤਾਰ ਕਰਦੀ ਰਹੀ ਅਤੇ 24 ਅਗਸਤ 1928 ਨੂੰ ਰਿਹਾ ਹੋਣ 'ਤੇ ਪੰਜਾਬ ਪ੍ਰਜਾ ਮੰਡਲ ਅਤੇ ਰਿਆਸਤੀ ਪ੍ਰਜਾ ਮੰਡਲ ਦਾ ਪ੍ਰਧਾਨ ਚੁਣ ਲਿਆ ਗਿਆ। ਨੈਕਸਟ ਕੁਐਸਚਨ ਹੈ ਜੀ 1943 ਈਸਵੀ ਵਿੱਚ ਸੁਭਾਸ਼ ਚੰਦਰ ਬੋਸ ਨੇ ਡੈਸ਼ ਵਿਖੇ ਭਾਰਤੀਆਂ ਨੂੰ ਇਕੱਠਾ ਕਰਕੇ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਕੀਤੀ? ਸਿੰਗਾਪੁਰ। ਤੁਸੀਂ ਮੈਨੂੰ ਖੂਨ ਦਿਓ ਮੈਂ ਤੁਹਾਨੂੰ ਆਜ਼ਾਦੀ ਦਿਆਂਗਾ ਦਾ ਨਾਅਰਾ ਕਿਸ ਨੇ ਕੀਤਾ? ਸੁਭਾਸ਼ ਚੰਦਰ ਬੋਸ। ਤੋ ਨੈਕਸਟ ਪਾਰਟ ਨਾਗਰਿਕ ਸ਼ਾਸਤਰ ਦਾ ਅਸੀਂ ਅਗਲੀ ਵੀਡੀਓ 'ਚ ਡਿਸਕਸ ਕਰਾਂਗੇ। ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ। ਧੰਨਵਾਦ। ਜੈ ਹਿੰਦ।